ਦੀ ਆਤਮਿਕ ਜੋਤ ਚਾਵਰ ਛਤਰ ਤਹਦੇ ਮਾਲਕ ਜੁਗੋ ਜੁਗਾ ਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਗੋਦ ਵਿੱਚ ਬੜੇ ਪਿਆਰ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਵਿਸ਼ੇਸ਼ ਹਫ਼ਤਾਵਾਰੀ ਸਮਾਗਮ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕਰਕੇ ਸਰਵਤਰ ਮਾਈ ਭਾਈ ਬੜੇ ਪਿਆਰ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਗੁਰੂ ਪਿਆਰੇ ਗੁਰੂ ਘਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਉਹਨਾਂ ਦੀ ਰਸਨਾ ਤੋਂ ਗੁਰੂ ਕੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਆਓ ਜਿੰਨਾ ਸਮਾਂ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਰਾਜ ਲੀਲਾ ਤੇਰੇ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੁਟੈ। ਉਸ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਜੋ ਵਿਸ਼ੇਸ਼ ਤੌਰ ਤੇ ਸਾਰੀਆਂ ਭਗਤੀਆਂ ਦੀ ਸਿਰਮੌਰ ਭਗਤੀ ਕੀਰਤੀ ਹੈ ਪਰਮੇਸ਼ਰ ਦੀ। ਨਾਨਾ ਪ੍ਰਕਾਰ ਦੀ ਬੰਦਗੀ ਕਰਦੇ ਨੇ ਸੰਸਾਰ ਦੇ ਜੀਵ ਉਸ ਪਰਮੇਸ਼ਰ ਨੂੰ ਪਾਉਣ ਵਾਸਤੇ। ਆਪ ਠੰਡ ਵਿੱਚ ਉਹ ਮਾਘ ਦੇ ਮਹੀਨੇ ਜਲ ਧਾਰਾ ਕਰਨਾ, 101 ਘੜਾ ਪਾਣੀ ਦਾ ਭਰ ਕੇ ਰੱਖ ਲੈਣਾ। ਸਵੇਰੇ ਅੰਮ੍ਰਿਤ ਵੇਲੇ ਮਹਾਤਮਾ ਨੇ ਉਸ ਦੇ ਥੱਲੇ ਬੈਠ ਜਾਣਾ। ਆਪਣੇ ਸੀਸ ਦੇ ਵਿੱਚ ਬਸ ਇੱਕ ਬੱਤ ਧਾਰ ਜਿਹੜੀ ਪਾਣੀ ਦੀ ਉਹ ਪਈ ਜਾਣੀ। ਉੱਪਰੋਂ ਸੇਵਾਦਾਰਾਂ ਨੇ ਉਹਦੇ ਵਿੱਚ ਹੋਰ ਪਾਣੀ ਜਿਹੜੇ ਘੜੇ ਭਰੇ ਹੋਏ ਹੁੰਦੇ ਹਨ ਪਾਏ ਜਾਣੇ ਤੇ ਘੰਟਿਆਂ ਬੱਧੀ ਬੈਠ ਕੇ ਜਲ ਧਾਰਾ ਕਰਨਾ, ਪਰਮੇਸ਼ਰ ਦੀ ਬੰਦਗੀ ਕਰਨੀ। ਇਹ ਇੱਕ ਸਾਧਨ ਹੈ ਪਰਮੇਸ਼ਰ ਨੂੰ ਯਾਦ ਕਰਨ ਵਾਸਤੇ। ਜੇਠ ਹਾੜ ਦੀ ਅੱਤ ਤਪਸ਼ ਵਿੱਚ 4 ਧੂਣੀਆਂ 4 ਸਫੇਰੇ ਲਾ ਕੇ 5ਵੀਂ ਧੂਣੀ ਆਕਾਸ਼ ਦੀ ਸੂਰਜ ਦੀ ਬੇਅੰਤ ਤਪਸ਼ ਅੱਤ ਗਰਮੀ ਜੇਠ ਹਾੜ ਦੇ ਮਹੀਨੇ ਗੁਰਮੁਖ ਪਿਆਰਿਓ ਧੂਣੀਆਂ ਤਾਉਣੀਆਂ। ਕਈ ਪੁੱਠੇ ਲਟਕਦੇ ਨੇ, ਕਈ ਆਪਣੇ ਸੀਸ ਤੇ ਸਰੀਰ ਤੇ ਸੁਆਹ ਮਲਦੇ ਹਨ ਤੇ ਕਈ ਕੰਡਿਆਂ ਦੀ ਸੇਜਾ ਵਿਛਾ ਕੇ ਪੈਂਦੇ ਨੇ। ਕੇਵਲ ਤੇ ਕੇਵਲ ਕਹਿੰਦੇ ਅਸੀਂ ਉਸ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਸਤੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਾ ਇਹ ਵਾਤਾਵਰਨ ਜਿਹੜਾ ਹੈ ਉਹਨਾਂ ਲੋਕਾਂ ਦਾ ਸ੍ਰੀ ਆਸਾ ਜੀ ਦੀ ਵਾਰ ਦੇ 9ਵੇਂ ਸ਼ਲੋਕ ਵਿੱਚ ਮਹਾਰਾਜ ਜੀ ਨੇ ਵਰਣਨ ਕੀਤਾ ਹੈ। ਬਹੁ ਭੇਖ ਕੀਆ ਦੇਹੀ ਦੁਖ ਦੀਆ ਸੋਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁਤ ਦੁਖ ਪਾਇਆ ਦੂਜੈ ਪਾਇਆ ਬਸਤਰ ਨਾ ਪਹਿਰੈ ਐਨਸ ਕਹਿਰੈ ਮੌਨ ਵਿਗੁਤਾ ਮੌਨੀ ਬਣ ਜਾਣਾ ਵੀ ਮੈਂ ਕਿਸੇ ਨਾਲ ਬੋਲਣਾ ਨਹੀਂ। ਪਰਮੇਸ਼ਰ ਦੀ ਯਾਦ ਵਿੱਚ ਹੀ ਜੁੜਿਆ ਹਾਂ। ਕਹਿੰਦੇ ਮੌਨ ਵਿਗੁਤਾ ਕਿਉਂ ਜਾਗਿਆ ਗੁਰਬਿਨ ਸੁੱਤਾ ਪਾਗੋ ਤੇ ਤਾਣਾ ਪੁੱਠੇ ਲਟਕਣਾ ਆਪਣਾ ਕੀਆ ਕਮਾਣਾ ਆਲ ਮਲ ਖਾਈ ਸਿਰ ਸ਼ਾਹੀ ਪਾਈ ਮੂਰ ਖੰਦਾ ਪਤ ਗਵਾਈ ਬਿਨ ਨਾਵੇ ਕਿਸ ਥਾਏ ਨਾ ਪਾਈ ਰਹਿ ਬਿਵਾਣੀ ਮੜੀ ਮਸਾਣੀ ਅੰਧ ਨ ਜਾਣਾ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਿਸਾਰੇ। ਲੇਕਿਨ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਜਿਹੜੀ ਹੈ ਕੀਰਤੀ ਕਰਨੀ, ਜਿਵੇਂ ਮਹਾਰਾਜ ਜੀ ਦੇ ਬਚਨ ਆਉਂਦੇ ਨੇ ਕਲ ਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨ। ਧਿਆਨ ਲਾ ਕੇ ਕਿਹਦੇ ਵਿੱਚ ਧਿਆਨ ਲਾਉਣਾ ਹੈ ਕਿ ਅਸੀਂ ਮਨ ਦੀ ਇਕਾਗਰਤਾ ਦੇ ਨਾਲ ਗੁਰੂ ਕੇ ਸ਼ਬਦ ਦਾ ਧਿਆਨ ਕਰਨਾ ਹੈ। ਗੁਰੂ ਕੀ ਬਾਣੀ ਸਾਨੂੰ ਕੀ ਉਪਦੇਸ਼ ਕਰਦੀ ਹੈ ਅਤੇ ਅਸੀਂ ਆਪਣੇ ਜੀਵਨ ਵਿੱਚ ਕੀ ਕਰ ਰਹੇ ਹਾਂ, ਸਾਨੂੰ ਕੀ ਕਰਨਾ ਚਾਹੀਦਾ ਹੈ। ਇਹ ਮਹਾਰਾਜ ਜੀ ਦੀ ਬਾਣੀ ਦਾ ਜੋ ਉਪਦੇਸ਼ ਹੈ ਸਾਡੇ ਹਿਰਦੇ ਵਿੱਚ ਵਸੇ, ਇਹਦੇ ਵਿੱਚ ਧਿਆਨ ਲਾਉਣਾ। ਮਹਾਰਾਜ ਕਹਿੰਦੇ ਨੇ ਜਿਹੜੇ ਧਿਆਨ ਲਾਉਂਦੇ ਨੇ ਫਿਰ ਸਤਿਗੁਰੂ ਜੀ ਉਹਨਾਂ ਨੂੰ ਕੀ ਪ੍ਰਾਪਤੀ ਹੁੰਦੀ ਹੈ। ਕਹਿੰਦੇ ਆਪ ਤਰੈ ਉਹ ਇਸ ਸੰਸਾਰ ਰੂਪੀ ਸਮੁੰਦਰ ਤੋਂ ਆਪ ਤਰ ਜਾਂਦੇ ਨੇ। ਸਗਲੇ ਕੁਲ ਤਾਰੇ ਜਿਹੜੀ ਕੁਲ ਵਿੱਚ ਜਨਮ ਲੈਂਦੇ ਨੇ ਉਹ ਕੁਲ ਵੀ ਧਨਤਾ ਦੇ ਯੋਗ ਹੁੰਦੀ ਹੈ। ਹਰ ਦਰਗ ਹੈ ਪਤ ਸਿਉ ਜਾਂਦਾ ਪਤ ਆਵਰੂ ਸਹਿਤ ਹੋ ਪਰਮੇਸ਼ਰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜਾਂਦੇ ਹਨ। ਇਹ ਮਹਾਰਾਜ ਜੀ ਨੇ ਕੀਰਤੀ ਦੀ ਉਪਮਾ ਦੱਸੀ ਹੈ। ਆਓ
ਹੁਣੀ ਆਪਾਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਸਰਵਣ ਕੀਤੇ ਨੇ। 22ਵੀਂ ਅਸ਼ਟਪਦੀ ਦੇ ਵਿੱਚ ਚੌਥੀ ਪੌੜੀ ਹੈ। ਅਸ਼ਟਪਦੀਆਂ 8 ਪੌੜੀਆਂ ਦਾ ਸ਼ਬਦ ਹੁੰਦਾ, ਜਿਵੇਂ 2 ਤੁਕੇ 6 ਤੁਕੇ, ਜਿਹੜੇ ਭਾਵ 6 ਪੌੜੀਆਂ ਦੇ ਸ਼ੰਤ ਹੁੰਦੇ ਹਨ, 2 ਤੁਕਿਆਂ ਦੇ 2 ਪਦਾਂ ਦੇ ਸ਼ਬਦ ਹੁੰਦੇ ਹਨ। ਇਸੇ ਤਰ੍ਹਾਂ 8 ਪਦਿਆਂ ਦਾ ਇੱਕ ਸ਼ਬਦ ਨੂੰ ਅਸ਼ਟਪਦੀ ਕਹਿੰਦੇ ਨੇ। 24 ਅਸ਼ਟਪਦੀਆਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀਆਂ। 22ਵੀਂ ਅਸ਼ਟਪਦੀ ਵਿੱਚ ਚੌਥੀ ਪੌੜੀ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਦੇ ਪ੍ਰਕਰਨ ਵਿੱਚ ਆਪਾਂ ਨੂੰ ਸੇਵਾ ਦੀ ਉਪਮਾ ਦੱਸਦੇ ਨੇ, ਕਿਉਂਕਿ ਗੁਰੂ ਘਰ ਵਿੱਚ ਸੇਵਾ ਤੇ ਸਿਮਰਨ 2 ਹੀ ਚੀਜ਼ਾਂ ਪ੍ਰਧਾਨ ਨੇ। ਸੇਵਾ ਤੇ ਸਿਮਰਨ, ਜੇ ਦੋਨੇ ਚੀਜ਼ਾਂ ਸਾਡੇ ਪੱਲੇ ਨਹੀਂ ਹਨ ਤੇ ਫਿਰ ਮਹਾਰਾਜ ਕਹਿੰਦੇ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ। ਸੇਵਾ ਵੀ ਜ਼ਰੂਰੀ ਹੈ ਤੇ ਸਿਮਰਨ ਵੀ ਜ਼ਰੂਰੀ ਹੈ। ਉਹਦੇ ਬਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਕਥਨ ਕਰਦੇ ਨੇ, ਕਹਿੰਦੇ ਸੇਵਕੋ ਸੇਵਾ ਬਣਾਈ। ਸੇਵਕ ਨੂੰ ਸੇਵਾ ਬਣਾਉਂਦੀ ਹੈ। ਸੇਵਾ ਕਿਹੜੀ ਹੈ? ਗੁਰੂ ਘਰ ਦੇ ਵਿੱਚ ਆ ਕੇ ਜੋੜੇ ਸਾਫ਼ ਕਰਨੇ, ਬਰਤਨ ਮਾਂਜਣੇ, ਲੰਗਰ ਬਣਾਉਣਾ, ਵਰਤਾਉਣਾ, ਤੇ ਗੁਰਮੁਖ ਪਿਆਰਿਓ ਝਾੜੂ ਮਾਰਨਾ, ਦਰੀਆਂ ਝਾੜਨੀਆਂ। ਇਸੇ ਤਰ੍ਹਾਂ ਜਿਵੇਂ ਆਪਾਂ ਇੱਥੇ ਸਾਰੇ ਮਿਲ ਕੇ ਸੇਵਾ ਕਰਨ ਦਾ ਯਤਨ ਕਰਦੇ ਹਾਂ, ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਹੱਥੀਂ ਸੇਵਾ ਕਰਨੀ, ਟੋਕਰੀ ਢਾਉਣੀ, ਭਾਵ ਗੁਰੂ ਘਰ ਦੇ ਵਿੱਚ ਸੇਵਾ ਹੋਣੀ। ਆਓ ਅਗਲੇ ਪ੍ਰਕਰਨ ਵਿੱਚ ਆਪਾਂ ਇਸ ਨੂੰ ਹੋਰ ਵਿਚਾਰਾਂਗੇ। ਗੁਰੂ ਕਿਰਪਾ ਕਰੇ ਸ਼ਬਦ ਨਾਲ ਜੁੜੀਏ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਉਂਦੇ ਨੇ, ਸੇਵਕ ਕੋ ਸੇਵਾ ਬਣਾਈ, ਹੁਕਮ ਬੂਝ ਪਰਮ ਗਤ ਪਾਏ। ਜਿਨ੍ਹਾਂ ਨੇ ਬੁੱਝ ਲਿਆ ਨਾ ਹੁਕਮ ਨੂੰ, ਉਹਨਾਂ ਨੇ ਇਸ ਪਰਮ ਗਤੀ ਨੂੰ ਪ੍ਰਾਪਤ ਕਰ ਲਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਆਪ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਦੇਣ।
सेवा बनया है। उस अकाल पुरख वाहिगुरू के प्यारे सेवक नूं सेवा बन आउंदी है। जिहड़े करदे ने कहंदे ने वो परमेश्वर के हुक्म नूं बुझ लैंदे ने, क्योंकि महाराज कहंदे ने विच दुनिया सेव कमाई है, तां दरगह बैसन पाई है, कहो नानक बाहां लुटाई है। उन्होंने दे अखीरली पंक्ति विच इस पौड़ी के शब्द विच कहंदे लोक सुखीए पर लोक सुहेले, नानक हार प्रभ आपे मेले। उन्हों का यह लोक भी ते परलोक भी सुखी हुंदा है। ते परमेश्वर वाहिगुरू की याद में जुड़ के ਉਹਦੇ नाल ही सूरज किरण मिले, जल का जल हुआ राम, ज्योति ज्योत रली संपूर्ण थी आराम। लेकिन ये भावना हिरदे विच होवे कि गुरु घर दे विच आके असी सेवा सिमरन दे नाल जुड़ना है। सतगुरु की कृपा करन अगले शब्द विच धन श्री गुरु अमरदास महाराज जी का पावन शब्द है, सतगुरु की सेवा सफल है। सफल है कहते गुरु की कीती सेवा। तीन प्रकार की सेवा होंदी है। एक तो गुरु प्यारे अपनी दसा नहां की किरत कमाई के विचों दसवंध देना। जिवें गुरमुख प्यारे बैठे ने गुरु घर के प्रबंध नूं चलाउण वास्ते ਅਤੇ पर्चियां कटते हैं। तुसीं अपनी दसा नहां की किरत विचों रस्तां बस्तां लेके आउणे हो, माइक दिन माया दिंदे हो। आ बच्चों नूं भाई थोड़ा जिहा तुसीं कृपा करके चुप कराओ, बेनती है, क्योंकि ਸਰੋਤਾ ਤੇ ਵਕਤੇ ਦਾ ਜਿੰਨਾ ਚਿਰ ਆਪਸ ਵਿੱਚ ਸੁਮੇਲ ਨਾ ਹੋਵੇ ਉਹਨਾਂ ਚਿਰ ਬਹੁਤਾ ਆਨੰਦ ਨਹੀਂ ਆਉਂਦਾ। ਕਿਉਂਕਿ ਸਿਆਣਿਆਂ ਦਾ ਕਥਨ ਹੈ ਜੇ ਸਭਾ ਦੇ ਵਿੱਚ ਇੰਨੀ ਇਕਾਗਰਤਾ ਹੋਣੀ ਚਾਹੀਦੀ ਹੈ, ਕਹਿੰਦੇ ਜੇ ਸੂਈ ਵੀ ਡਿਗੇ ਨਾ ਉਹਦਾ ਵੀ ਖੜਕਾ ਬਰਦਾਸ਼ਤ ਨਹੀਂ ਕਰਦੇ। ਇਹਨਾਂ ਬੱਚਿਆਂ ਨੂੰ ਆਪਾਂ ਹੀ ਸਮਝਾਉਣਾ ਹੁੰਦਾ ਹੈ, ਕਿਉਂਕਿ ਜਿੰਨਾ ਚਿਰ ਤੁਸੀਂ ਬੈਠ ਕੇ ਇਹਨਾਂ ਦੇ ਨਾਲ ਵਿਚਾਰ ਨਹੀਂ ਕਰਦੇ, ਇਹਨਾਂ ਨੂੰ ਉਹ ਸੰਗਤ ਬਾਰੇ ਨਹੀਂ ਦਰਸਾਉਂਦੇ, ਕਿਉਂਕਿ ਉਹਨਾਂ ਚਿਰ ਇਹਨਾਂ ਨੂੰ ਪਤਾ ਨਹੀਂ ਲੱਗਦਾ। ਇਹ ਪਰਮੇਸ਼ਰ ਵਾਹਿਗੁਰੂ ਦੀ ਜੋ ਇਸ ਬੱਚੇ ਹੁੰਦੇ ਹਨ, ਇਹ ਸੁਭਾਅ ਹੀ ਐਸਾ ਹੁੰਦਾ ਹੈ। सो मैं बेनती कर रहा सी, सेवा तीन प्रकार की विद्वानों ने इस मनिया। एक तो अपनी दसा नहां की किरत कमाई विचों दसवंध देना। नंबर 2 अपने हथी सेवा करनी, जिवें लंगर बनाना, बरताना, झाड़ू मारना। ते गुरमुख प्यारिओ गुरु घर दे विच जिहड़ी हथी सेवा करनी उस नूं भी सेवा मन्निया है। तीसरी सेवा है गुरु के हुक्म की पालना करनी। तो सेवावां तां असीं आम करते हैं। असीं अपनी दसा नहां की किरत विचों दसवंध भी दिंदे हां अते हथी आके सेवा करन दा यतन भी करते हैं। ये दो सेवावां गुरु की सिख संगतां देखण ते सानू मिलदियां ने, पर लेकिन बहुत घट हैन विरले, ना ही घने फैल पकड़ संसार, जिहड़े गुरु के हुक्म की पालना नूं अपने मन विच वसा के सेवा करदे हैं। गुरु के हुक्म की हुक्म मन्निया होवे प्रमाण तां खसमे का महल पाए सी। ਹੁਣ ਵਿਸਾਖੀ ਆਉਣੀ ਹੈ ਨਾ, ਵਿਸਾਖੀ ਵਾਲੇ ਦਿਨ ਗੁਰੂ ਕਲਗੀਧਰ ਪਾਤਸ਼ਾਹ ਨੇ 1699 ਦੀ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਵਿਖੇ ਖੰਡੇ ਬਾਟੇ ਦੀ ਬਹੁਤ ਬਖਸ਼ਿਸ਼ ਕੀਤੀ ਸੀ।
जे किसी को कहिए भाई अमृत छक लै, गुरु का हुक्म है, 5 सिंह अमृत जो देव है ताको सिर धर छक पुन लेव है। बड़ा औखा लगता ना हुक्म मनना। ये गुरु का हुक्म है ना, तो ये कोई गुंजाइश है, क्योंकि महाराज सच्चे पातशाह जी ने हरेक माई भाई ने हुक्म किया है। की कहते हैं कि गुरमुख प्यारिया, गुरु साहब सच्चे पातशाह जी ने हुक्म किया 5 सिंह अमृत जो देव है। गुरु साहब की हजूरी में 5 सिंह जो अमृत का बाटा तैयार करते हैं, उनमें पंचो रहत जो भाखै ताको दृढ़ कर मन में राखै, यह मोरे आज्ञा सुनो हे प्यारे। ये मेरी आज्ञा है कहते, पर हुक्म मनना बहुत औखा है। मानते ने गरले गुरमुख प्यारे जेडे मानते ने धनता दे योग ने। गुरु अमरदास महाराज जी ने 2 जवाई सी। महाराज ने 2 पुत्रियां सन, बीबी दानी ते बीबी भानी। बीबी दानी भाई रामा जी को ब्याह हुए सी, ते बीबी भानी गुरु रामदास महाराज जी भाई जेठा के रूप में से उन्होंने ब्याह हुए सन। सतगुरु सच्चे पातशाह जी ने गोविंदवाल साहब विखे एक परचा पा दिता दोनों जवाइयां ने कि थड़े बनाओ। थड़े बनाने वास्ते भाई रामा जी ते भाई जेठा जी दोनों लागे सवेर तो लैके शाम तक थड़े तैयार किए, क्योंकि गुरु का हुक्म सी। महाराज शाम जो आए देखिया, कहने लगे प्रेमी थड़े ठीक नहीं बने, थड़े नहीं ठीक बने, हाँ इन्हों ढा दो। ढा दिते गए। महाराज कहते फिर दोबारे बनाओ। दूजे दिन फिर बनाने शुरू किए गए। सतगुरु जी कहते थड़े ठीक नहीं बने। महाराज का पावन शब्द है, हस्ती सिर जो अंक सह अहन जो सिर दे, मान तान आगे राख कै ऊबी सेव करे। ऊबी सतगुरु की सेवा गाखड़ी, सिर दीजा आप गवाए। है औखी गल है। महाराज जी का दूसरा वचन कह लगे थोड़े ठीक नहीं बने, ढा दो। भाई रामा जी थोड़े जो महसूस कर लगे कि सतगुरु जिवें कहते हैं उवें थड़े बनाने, तो पता नहीं क्यों ढा देंगे ने। तीजी बारी फिर हुक्म होया, फिर थड़े बनाए गए। मैं बेनती कर रहा सी गुरु के हुक्म की पालना विरले करते हैं। जब तीजी बारी थड़े बनाए गए, महाराज कहते ढा दो। भाई रामा जी कहने लगे सतगुरु जी, पिता गुरुदेव जी थोड़ी उम्र वड्डी हो गई है, क्योंकि महाराज सच्चे पातशाह जी की काफ़ी उम्र वडेरी सी। थोनों पता नहीं लगता, जिवें असीं भी अजकल अपने माँ बाप को कहते हैं भी तैनूं तेरे तू तो सठिया गया, सतरा आ गया, तैनूं नहीं पता लगता जो असीं कर रहे हैं। तो गुरमुख प्यारिओ, पर लेकिन गुरु के हुक्म की पालना। भाई रामा जी कहने लगे महाराज थड़े ठीक बने ने, तुसीं जिवें कैसी उवें बनाए ने, ये ठीक बने नहीं ढाउणे होण। भाई जेठा जी कोले सी कहते भाई जेठा थड़े ठीक नहीं बने। हाँ महाराज हुक्म कहने ढा दो। ढाउण लग पे। भाई रामा जी कहने लगे भाई जेठा जी को कि थड़े तो ठीक बने ने, तुसीं क्यों ढाउण लग पे। तो जेडे नाल होर सिख सीगे उन्होंने भी जो गल कही, उन्होंने दोनों हाथ जोड़ के भाई जेठा जी धन गुरु रामदास महाराज कहन लगे साडा थड़िया नाल कोई लगा नहीं, साडा थड़े नाल कोई लगा नहीं हैगा। साडा तो गुरु का हुक्म है, उन्हें क्या बना दे बना देते, उन्हें क्या ढा दे ढा देते। ऐसा गुरु के हुक्म की पालना करनी है। ਜਿਹੜੇ ਗੁਰੂ ਪਿਆਰੇ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰਦੇ ਨੇ ਹੈਣ ਵਿਰਲੇ ਨਹੀਂ ਕਣੇ। ਜਗ ਮੈਂ ਉਤਮ ਕਾਢੀ ਹੈ ਵਿਰਲੇ ਕਈ ਕੇ, ਵਿਰਲੇ ਨੇ ਉਹ ਗੁਰੂ ਪਿਆਰੇ। 80,000 ਤੋਂ ਵੱਧ ਇਕੱਠ ਸੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ। ਜਦੋਂ ਮਹਾਰਾਜ ਨੇ ਕਿਹਾ ਮੈਨੂੰ ਸੀਸ ਚਾਹੀਦਾ, ਤੀਜੀ ਆਵਾਜ਼ ਤੇ ਵਰਪਾਈ ਦਇਆ ਰਾਮ ਜੀ ਉੱਠੇ ਸੀ।
ਪੰਜਾਂ ਸਿੰਘਾਂ ਨੇ ਸੀਸ ਦਿੱਤੇ ਸੀ ਉਸ ਵੇਲੇ। ਹੁਣ ਨਾ ਤਾਂ ਮਹਾਰਾਜ ਨੇ ਇਹ ਕਿਹਾ ਸੀ ਵੀ ਕੋਈ ਮੈਨੂੰ ਸਿੰਘ ਸੀਸ ਦੇਵੇ, ਨਾ ਇਹ ਕਿਹਾ ਵੀ ਕੋਈ ਮੈਨੂੰ ਬੀਬੀ ਸੀਸ ਦੇਵੇ। ਉਹਨਾਂ ਨੇ ਕਿਹਾ ਮੈਨੂੰ ਸੀਸ ਚਾਹੀਦਾ, ਕੋਈ ਸੀਸ ਦੇਵੇ। ਉਸ ਵੇਲੇ ਫਿਰ ਬਾਰੀ ਬਾਰੀ 80,000 ਦੇ ਇਕੱਠ ਦੇ ਵਿੱਚੋਂ 5 ਦਿੱਤੇ ਸੀ। ਪੰਜਾਂ ਨੇ ਸੀਸ ਦਿੱਤੇ। ਸਤਿਗੁਰ ਮੇਰਾ ਸਦ ਪ੍ਰਤਪਾਲੈ, ਸਤਿਗੁਰ ਮੇਰਾ ਮਾਰ ਜੀ ਵਾਲਾ ਹੈ। ਮਾਰ ਕੇ ਜਿਉਂਦੇ ਕਰ ਦੇਣਾ। ਗੁਰੂ ਦੀ ਸਮਰੱਥਾ ਹੈ, ਕਲਾ ਉਹਦੀ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਤੇ ਵੀ ਅੱਜ ਕੱਲ੍ਹ ਕਈ ਨੁਕਤਾਚੀਨੀ ਕਰਦੇ ਨੇ ਵੀ ਨਹੀਂ ਇਹ ਹੋ ਸਕਦਾ। ਨਹੀਂ ਗੁਰਮੁਖੋ, ਗੁਰੂ ਜੋ ਚਾਹੇ ਕਰ ਸਕਦਾ ਹੈ। ਆਉਣ ਵਾਲੇ ਦਿਨਾਂ ਵਿੱਚ ਆਪਾਂ ਇਸ ਪ੍ਰਸੰਗ ਨੂੰ ਵਿਚਾਰਾਂਗੇ। ਮਹਾਰਾਜ ਕਹਿੰਦੇ ਨੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਪਰ ਚਿੱਤ ਲਾ ਕੇ ਕਰਨੀ ਹੈ, ਇਹ ਨਾ ਹੋਵੇ ਵੀ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਪੁਕਾਰ। ਬੱਧਾ ਚੱਟੀ ਨਹੀਂ ਕਰਨਾ, ਚਿੱਤ ਲਾ ਕੇ। ਮਹਾਰਾਜ ਨੇ ਵੀ ਵਚਨ ਕੀਤੇ ਨੇ, ਭਾਈ ਰੇ ਆਰਾਮ ਕਹੋ ਚਿੱਤ ਲਾਏ। ਚਿੱਤ ਲਾ ਕੇ ਜਿੰਨਾ ਚਿਰ ਗੁਰੂ ਕੀ ਸੰਗਤ ਵਿੱਚ ਬੈਠਣਾ ਹੈ, ਪਿਆਰ ਦੇ ਨਾਲ ਗੁਰੂ ਕੀ ਬਾਣੀ ਦਾ ਹੁਕਮ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਨਾ ਹੈ। ਕਿਣਕਾ ਏਕ ਜਿਸ ਜੀ ਵਸਾਵੇ, ਕਿਣਕਾ ਵੀ ਸਾਡੇ ਹਿਰਦੇ ਵਿੱਚ ਵਸ ਗਿਆ ਤੇ ਗੁਰੂ ਦੀ ਬਖਸ਼ਿਸ਼ ਕਿਰਪਾ ਹੋਵੇਗੀ। ਮਹਾਰਾਜ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਕੇ ਸ਼ਬਦ ਰਾਹੀਂ ਉਪਦੇਸ਼ ਕਰਦੇ ਨੇ, ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਫਿਰ ਹੋਰ ਕੀ ਮਿਲੂ? ਕਹਿੰਦੇ ਮਨ ਚਿੰਦਿਆ ਫਲ ਪਾਵਣ। ਜਿੰਨੀਆਂ ਮਨ ਦੀਆਂ ਇੱਛਾਵਾਂ ਨੇ ਉਹ ਸਾਰੀਆਂ ਪ੍ਰਾਪਤ ਹੁੰਦੀਆਂ ਨੇ ਕਿੱਥੋਂ? ਗੁਰੂ ਕੀ ਸੇਵਾ ਵਿੱਚੋਂ, ਗੁਰੂ ਕੇ ਸਿਮਰਨ ਵਿੱਚੋਂ। ਆਓ ਇਹ ਸ਼ਬਦ ਨਾਲ ਜੁੜੀਏ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕਰਦੇ ਹਨ। ਸਤਿਗੁਰ ਕੀ ਸੇਵਾ ਸਫਲ ਸਫਲ
ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚੇਤ ਲਾਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚੇਤ ਲਾਏ ਜੇ ਕੋ ਕਰੇ
है। जे को करे चित लाए, चित ला के मन की एकाग्रता दे नाल जिथे भी सेवा मिले शरधा भावना दे नाल करे। कहते मन चिंदिया फल पावना, हौमै विचों जाए। हौमै हंकार नहीं करना। महापुरख एक वचन सुनाया करते सी, सेवा ते हंकार दा। एक डेरे दे विच एक सत्कार जो भैन जी बड़ी सेवा करया करन ते गुरमुख प्यारो उन्हां दी सेवा ते त्रुट के कहते महात्मा बड़े खुश होए। उस माता नूं पुछया, बीबा तुहाडे मन की की इच्छा है? तो वो सत्कार जो माता कहन लगी, मेरी निभ जावे सेवा करदे हैं। तब कहन लगे महात्मा का अंत समा नेड़े आ गया। उन्होंने जाना कीता संसार तो ते उस वेले एक आम एक दृष्टांत है समझाने वास्ते संगत नूं। प्रथाए साखी महापुरख बोलते सांझी सरल जहाना है, सानू समझाने दे लई। कहन लगे उस समय च विवान दिखा करते सी धर्मी बंदियां नूं। विवान जो कोई बैकुंठ ते जाता ना परमेश्वर के दर दे उत्ते, तां कहन लगे जदों महात्मा भी जान की तैयारी, कहन लगे परमेश्वर वाहिगुरू जी तुहाडे चरणों में बेनती है, मेरी तो तुसीं निभा ली। ते इस माता की मन की इच्छा सी बीबी दे कि मेरी भी निभ जावे, भी इहदा भी समा नेड़े, इहनूं भी विवान बख्शो, इहनूं विकुंठ विच जावे। तां कहंदे गुरमुख प्यारिओ उस माता का भी समा आ गया। देव लोग उन्होंने लैण वास्ते आए, विमान ते बिठा लिया। जिवें अपना जहाज वेखदे उल खटोले भी कहते, इन्होंने विमान भी कहते हैं। विमान बजुर्गों का अगे विमान कढ़ते हुंदे सी, जदों जाते ना उनका संस्कार करने वास्ते, ते बड़ी उम्र दे नूं विमान विच सजा के लेके जाते सी। कहन लगे जदों माता नूं बिठा लिया देवतियां ने, ते जदों जान लगे ते जिहड़े धार्मिक लोग सी उन्होंने देखण लगे। कुछ बीबियां कहते खूह ते पानी भर रही सी, कहंदियां देखो नहीं भैणे कोई महात्मा जा रहा है, चंगे कर्म कीते ने। हाँ कहते देखो भैन भी जा रही है अपनी, वो भी विमानां ते बैठी जा रही है। उन्होंने सुन गया, हौमै हंकार ने घेर लिया कि तां कहन लगी एवें नहीं मैं जा रही, सारी जिंदगी इस महात्मा का मत्था झुलसिया, मैं सेवा की है, झाड़ू की उत्थे उत्थे लंगर बनाया पकाया, एवें नहीं मैं जा रही। हंकार आ गया ना। हरजू हंकार ना भावे बेवकूफ सुनावे। हंकार नहीं परमेश्वर नूं भाउंदा। विमान तो डिगी फिर महापुरख विच कहदे उन्हां टिड्डियां जूनां विच पई। मेरा कहण तो भाव श्री आसा जी की वार की 10वीं पौड़ी है, दान महेंडा तड़ी खाक, जे मिले तो मस्तक लाइए, कूड़ा लालच छड्डिया होए, एक मन अलख ते आईए, फल ते बेहो पाईए, जे वेही कार कमाईए, जे होवे पूर्व लिखिया तो धूड़ दिनां दी पाईए, मत थोड़ी सेव गवाई। थोड़ी मत वाले भी गुरमुख प्यारे सेवा नूं गवा लेंदे। इस करके महाराज जी ने कहा भी मन चिंदिया फल पावना, मन दी इच्छावां पूरियां होणगियां प्यारिया, हौमै विचों जाए, हंकार नहीं करना, मान नहीं करना। इत्थे तां मुर्दा होए मुरीद ना गल्ली होवना, गल्लां नाल नहीं होना, मुर्दा जिउंदे बनना पैंदा। ते फिर सेवा दे विचों प्राप्त की हुंदा है। मैं पहले बेनती की, अगला शब्द धन श्री गुरु अर्जन देव महाराज जी का आप पढ़ के समाप्ति करांगे। महाराज कहते ने मुकत भोगत जुगत तेरी सेवा। मुकत
ਸੰਸਾਰ ਤੋਂ ਜੰਮਣ ਤੇ ਮਰਨ ਦਾ ਸਭ ਤੋਂ ਵੱਡਾ ਦੁੱਖ ਹੈ। ਇਹ ਤੋਂ ਮੁਕਤੀ ਪ੍ਰਾਪਤ ਹੋ ਜਾਣੀ ਸੇਵਾ ਕਰਕੇ। ਭੁਗਤ ਜਿੰਨੇ ਪਦਾਰਥ ਨੇ ਇਹਦੇ ਵਿੱਚ ਹੀ ਆ ਜਾਂਦੇ ਨੇ। ਜਿਵੇਂ ਮਹਾਰਾਜ ਦੇ ਬਚਨ ਨੇ, 4 ਪਦਾਰਥ ਜੇ ਕੋ ਮੰਗੈ। 4 ਪਦਾਰਥ ਕਿਹੜੇ ਨੇ? ਧਰਮ, ਅਰਥ, ਕਾਮ, ਮੋਖ। ਇਹ 4 ਪਦਾਰਥ ਨੇ। ਇਹਨਾਂ ਦੀ ਵਿਆਖਿਆ ਕਰਨ ਲੱਗੇਗਾ ਸਮਾਂ ਲੱਗੇਗਾ, ਫਿਰ ਗੁਰੂ ਨੇ ਕਿਰਪਾ ਕੀਤੀ ਵਿਚਾਰਾਂਗੇ। 4 ਪਦਾਰਥ ਨੇ, ਇਹਦੇ ਵਿੱਚ ਹੀ ਸਭ ਸ੍ਰਿਸ਼ਟੀ ਦੇ ਸੁਖ ਨੇ। ਮਹਾਰਾਜ ਕਹਿੰਦੇ ਨੇ ਵੀ ਭੁਗਤ ਇਹ ਸਾਰੇ ਪ੍ਰਾਪਤ ਹੁੰਦੇ ਨੇ ਤੇ ਜੁਗਤ ਜੀਵਨ ਦੀ ਜੁਗਤੀ ਆ ਜਾਂਦੀ ਹੈ। ਰਹਿਣੀ, ਬਹਿਣੀ, ਸਹਿਣੀ, ਕਹਿਣੀ ਗੁਰੂ ਕੀ ਸੰਗਤ ਚੋਂ ਪਤਾ ਲੱਗਦਾ ਹੈ। ਮਹਾਰਾਜ ਕਹਿੰਦੇ ਨੇ ਮੁਕਤ, ਭੁਗਤ, ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ। ਤਹਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ। ਆਓ ਪਿਆਰ ਦੇ ਨਾਲ ਸਭ ਸ਼ਰਵਣ ਕਰੀਏ ਜੀ ਆਪਾਂ ਸਾਰੇ। ਤੇਰੀ ਸੇਵਾ, ਤੇਰੀ ਸੇਵਾ, ਤੇਰੀ ਸੇਵਾ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਤੇਰੀ ਸੇਵਾ, ਤੇਰੀ ਸੇਵਾ, ਤੇਰੀ ਸੇਵਾ। ਮੁਕਤ
जिस तू आप कराए 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 तेरी सेवा
जिस तू आप कराए। जी ते तेरी कृपा होवेगी ना ਉਹੀ कर सकदा है, नहीं तो नहीं हो सकती। जिस तू आप कराए। हे वाहिगुरू परमेश्वर वाहिगुरू जी, ਤੁਹਾਡੇ ਚਰਨਾਂ ਵਿੱਚ ਤਾਂ ਹੀ ਤਾਂ ਸੰਗਤ ਨਾਲ ਮਿਲ ਕੇ ਇਹ ਅਰਦਾਸ ਬੇਨਤੀ ਜਗਿਆਸੂ ਕਰਦਾ ਹੈ ਸੱਚੇ ਪਾਤਸ਼ਾਹ। ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਮਹਾਰਾਜ ਮੈਨੂੰ ਸੇਵਾ ਤੇ ਸਿਮਰਨ ਦੀ ਦਾਤ ਬਖਸ਼ਿਸ਼ ਕਰੋ। ਜਦੋਂ ਫਿਰ ਜੀਵ ਮੰਗਦਾ ਨਾ ਮਹਾਰਾਜ ਦੇ ਚਰਨਾਂ ਵਿੱਚੋਂ ਤੇ ਫਿਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਜਦੋਂ ਕਿਰਪਾ ਹੁੰਦੀ ਹੈ ਫਿਰ ਮੁਕਤ ਭੋਗਤ ਜੁਗਤ ਤੇਰੀ ਸੇਵਾ। ਇਹ ਸਾਰੀਆਂ ਵਸਤੂਆਂ ਗੁਰੂ ਕੀ ਸੇਵਾ ਵਿੱਚੋਂ ਮਿਲਦੀਆਂ ਨੇ। ਜਿਨ੍ਹਾਂ ਨੇ ਵੀ ਸੇਵਾ ਕੀਤੀ ਨਾ ਤੇ ਸਿਮਰਨ ਕੀਤਾ ਪਰਮੇਸ਼ਰ ਵਾਹਿਗੁਰੂ ਦਾ, ਉਹਨਾਂ ਤੇ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ਾਂ ਕਿਰਪਾ ਕੀਤੀਆਂ ਨੇ ਤੇ ਕਰ ਰਹੇ ਨੇ, ਕਰਦੇ ਰਹਿਣਗੇ। ਲੇਕਿਨ ਸਾਨੂੰ ਭਰੋਸਾ ਵਿਸ਼ਵਾਸ ਯਕੀਨ ਹੋਣਾ ਅਤੀ ਜ਼ਰੂਰੀ ਹੈ। ਮਹਾਰਾਜ ਕਹਿੰਦੇ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਬਸ ਹੈ ਕਾਮ ਧੇਨਾ। ਕਾਮ ਤੇਨ ਗਊ ਮੰਨੀ ਹੈ। ਜੋ ਸਨਾਤਨੀ ਧਰਮ ਅਨੁਸਾਰ ਕਾਮ ਧੇਨ ਇੱਕ ਗਾਂ ਹੈ। ਕਹਿੰਦੇ ਜਿਹੜਾ ਵੀ ਉਸ ਗਾਂ ਦੇ ਕੋਲੋਂ ਕੋਈ ਵੀ ਇੱਛਾ ਕਰਦਾ ਹੈ ਉਹ ਪ੍ਰਾਪਤ ਹੁੰਦੀ ਹੈ। पर इधर गुरु घर विच की है, महाराज कहते ने काम धेन गुरु की बाणी है। काम धेन गुरु की बाणी है। जिस जाति का, किसी फिरके का, किसी कौम का, किसी दिशा का, किसी भी देश का कोई भी माई भाई इस सेवा ते सिमरन नाल जुड़ जावे, फिर महाराज कहते जितने फल बल बांछी है तितने सतगुर पास। जिन्ने भी मन दी इच्छावां ने ना वो गुरु की बख्शिश द्वारा प्राप्त इस दर तो मिलदियां ने। ये काम धेन गऊ है। जिवें काम धेन गऊ देवतियां कोले मन्नी है ते इधर तो सतगुरु जी ने सानू गुरु की बाणी डंके की चोट नाल कह के भाई सोनू सारियां गुरसिखां नू माइयां भाइयां नू इस परमेश्वर वाहिगुरू दे नाम नाल जोड़िया है कि गुरसिखा किसी पासे होर जाण की लोड़ नहीं। तू गुरु घर विच आके गुरु साहब के दर ते आके जो तेरे मन की इच्छा होगी वो पूर्ण होगी। लेकिन अपने गुरु ते विश्वास रख। गुर कहया साकार कमावो। जो गुरु साहब कहते हैं उन्होंने कमा। कहते गाव्या सुनिया तिनका हर थाए पावै, जिन सतगुर की आज्ञा सत सत कर मन। मनना ही औखा है गुरमुखो, बहुत औखा है मनना। मन की मत को त्यागना बहुत औखा है, क्योंकि महाराज कहते ने मन की मत त्यागो हर जन एहा बात कठैनी। कठैनी मतलब करड़ी कठिन, ये औखी है गल। ते गुरु साहब कहते अपनी मन को मत की त्याग के गुर की मत तू ले आने, भगत बिना बहुत डूबे सियाने। गुरु की मत अनुसार गुरु के हुक्म अनुसार अपने जीवन को ढालिए तो महाराज की कृपा होगी। फिर मोगत भोगत जुगत तेरी सेवा जिस तू आप कराए। हे महाराज तहां बैकुंठ जह कीर्तन तेरा। वो बैकुंठ है जगह जिथे तेरी कीर्ति हुंदी है। तू आपे शरधा लाए महाराज, तुसी कृपा करके सानू शरधा की दात बख्शिश करो। सो आप सारिया संगतां दा धन्नवाद। आने वाला जिहड़ा समा है बैसाखी का दिहाड़ा, गुरु कलगीधर पातशाह महाराज जी ने कृपा की इस बैसाखी वाले दिन 1699 की बैसाखी नूं महाराज जी ने चरण पहल नूं बदल के खंडे की पहल में तब्दील करके अपने गुरसिखां नूं हुक्म कर दिता सी कि प्रथम रहत जह जान खंडे की पहल छकै, सोई सिंह प्रधान आवरना पहल जो लए। ਇਹਦੇ ਬਾਰੇ ਆਪਾਂ ਆਉਣ ਵਾਲੇ ਸਮੇਂ ਵਿੱਚ ਵਿਚਾਰ ਕਰਾਂਗੇ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਆਪ ਸਾਰੀਆਂ ਸੰਗਤਾਂ ਦਾ, ਸਮੁੱਚੇ ਮਾਈਆਂ ਭਾਈਆਂ ਦਾ ਬਹੁਤ ਬਹੁਤ ਧੰਨਵਾਦ।
ਤੁਸੀਂ ਹਮੇਸ਼ਾ ਪਿਆਰ ਤੇ ਸਤਿਕਾਰ ਬੱਚਿਆਂ ਨੂੰ ਬਖਸ਼ਦੇ ਹੋ। ਗੁਰੂ ਸਾਹਿਬ ਕਿਰਪਾ ਕਰਨ ਕਾਕਾ ਜਾਪ ਸਿੰਘ, ਆਦ ਸਿੰਘ, ਅਭੈ ਸਿੰਘ, ਅੱਜ ਹੀਰਾ ਸਿੰਘ ਥੋੜਾ ਜਿਹਾ ਸਰੀਰਕ ਤੌਰ ਤੇ ਢਿੱਲਾ ਹੋ ਗਿਆ, ਉਹ ਨਹੀਂ ਆ ਸਕਿਆ। ਨਹੀਂ ਉਹਦੇ ਮਨ ਦੀ ਇੱਛਾ ਸੀ ਮੈਂ ਵੀ ਜਾਵਾਂ, ਪਰ ਸਰੀਰ ਦੀ ਢਾਈ ਕਰਕੇ ਥੋੜਾ ਜਿਹਾ ਰਾਤ ਨੂੰ ਬੁਖਾਰ ਸੀਗਾ ਤੇ ਸਵੇਰੇ ਕਿਹਾ ਬੇਟੇ ਤੂੰ ਆਰਾਮ ਕਰ ਥੋੜਾ ਜਿਹਾ। ਸੋ ਪਰ ਲੇਕਿਨ ਗੁਰੂ ਸਾਹਿਬ ਦੀ ਬਖਸ਼ਿਸ਼ ਕਿਰਪਾ ਦਾ ਸਦਕਾ ਇਹ ਬੱਚੇ ਇੱਥੇ ਬੈਠ ਕੇ ਜੋ ਸ਼ਬਦ ਕੀਰਤਨ ਦੀ ਹਾਜ਼ਰੀ ਭਰਦੇ ਨੇ, ਇਹ ਐਵੇਂ ਨਹੀਂ ਆ ਜਾਂਦਾ। ਇਹਦੇ ਲਈ ਮਿਹਨਤ ਕਰਨੀ ਪੈਂਦੀ ਹੈ, 2-2 3-3 ਘੰਟੇ ਮਿਹਨਤ ਕਰਦੇ ਨੇ, ਆਪਣੀ ਪੜ੍ਹਾਈ ਵੀ ਕਰਦੇ ਨੇ, ਜਿਹੜੀ ਆਪਣੀ ਦੁਨਿਆਵੀ ਪੜ੍ਹਾਈ ਹੈ। ਸਤਿਗੁਰੂ ਜੀ ਨੇ ਆਪ ਸਾਨੂੰ ਇਹਦੇ ਵੱਲ ਪ੍ਰੇਰਿਆ। ਮੇਰਾ ਗੁਰਸਿੱਖ ਕਹਿੰਦੇ ਵੱਧ ਤੋਂ ਵੱਧ ਵਿਦਵਾਨ ਹੋਵੇ, ਹਰ ਪੱਖ ਤੋਂ ਵਿਦਵਾਨ ਹੋਵੇ, ਪਰ ਲੇਕਿਨ ਜਿੱਥੇ ਦੁਨਿਆਵੀ ਵਿਦਿਆ ਉੱਥੇ ਬ੍ਰਹਮ ਵਿਦਿਆ ਨਾਲ ਵੀ ਜੁੜੇ, ਉੱਥੇ ਬ੍ਰਹਮ ਵਿਦਿਆ ਗੁਰੂ ਕੀ ਬਾਣੀ ਨਾਲ ਵੀ ਜੁੜੇ। ਸੋ ਗੁਰਮੁਖ ਪਿਆਰੇ, ਗੁਰੂ ਨੇ ਕਿਰਪਾ ਕੀਤੀ, ਬਖਸ਼ ਤੁਹਾਡੀਆਂ ਅਸੀਸਾਂ ਨੇ। ਇਹੀ ਅਰਦਾਸ ਬਖਸ਼ ਮਹਾਰਾਜ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਆਉਣ ਵਾਲੇ ਸਮੇਂ ਵਿੱਚ ਵੀ ਇਹ ਇਸੇ ਤਰ੍ਹਾਂ ਆਪਣੇ ਜੀਵਨ ਕਾਲ ਵਿੱਚ ਜੁੜੇ ਰਹਿਣ। ਬਾਣੀ ਅਤੇ ਬਾਣਾ ਇਹ ਦੋ ਖੰਭ ਨੇ ਗੁਰੂ ਕੇ ਸਿੰਘ ਦੇ, ਬਾਣੀ ਤੇ ਬਾਣਾ। ਜਿਵੇਂ ਪੰਛੀ ਤੋਂ ਬਗੈਰ ਨਹੀਂ ਨਾ ਉੜ ਸਕਦਾ, ਖੰਭ ਨਾਲ ਨਹੀਂ ਉੜ ਸਕਦਾ, ਦੋਨਾਂ ਖੰਭਾਂ ਨਾਲ ਉੜੇਗਾ। ਬਾਣੀ ਬਾਣਾ ਪੰਖ ਪਛਾਣ, ਇਹ ਪੰਛੀ ਦੇ ਪੰਖ ਨੇ। ਮਹਾਰਾਜ ਨੇ ਸਾਨੂੰ ਬਾਣੀ ਵੀ ਦਿੱਤੀ ਹੈ ਤੇ ਬਾਣਾ ਵੀ ਦਿੱਤਾ। ਅਸੀਂ ਦੋਨਾਂ ਨਾਲ ਜੁੜਨਾ ਹੈ। ਗੁਰੂ ਕਿਰਪਾ ਕਰੇ ਸਾਰੇ ਮਾਈ ਭਾਈ ਜੀ ਨੇ ਗੁਰੂ ਕੀ ਸੰਗਤ ਵਿੱਚ ਪਹੁੰਚਦੇ ਹੋ। ਧੰਨਵਾਦ ਹੈ ਆਪ ਸਾਰੀਆਂ ਸੰਗਤਾਂ ਦਾ। ਗੁਰੂ ਘਰ ਦੇ ਮਹਾਨ ਕੀਰਤਨੀਏ ਭਾਈ ਗੁਰਮੇਲ ਸਿੰਘ ਜੀ ਆਪਦਾ ਸਮਾਂ, ਭਾਈ ਅਮਨਦੀਪ ਸਿੰਘ ਦੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ, ਉਹ ਵੀ ਆਪਣਾ ਸਮਾਂ ਇਹਨਾਂ ਬੱਚਿਆਂ ਨੂੰ ਦਿੰਦੇ ਨੇ। ਤਕਰੀਬਨ 60-65 ਮੀਲ ਆਉਣੇ ਆ ਤੇ 60-65 ਮੀਲ ਜਾਂਦੇ ਆ। ਘੰਟਾ ਸਵਾ ਘੰਟਾ ਤਕਰੀਬਨ ਡਰਾਈਵ ਤੇ ਲੱਗਦਾ। ਤੇ ਇੱਥੇ ਇਸ ਕਰਕੇ ਕਿ ਤੁਸੀਂ ਸੰਗਤ ਪਿਆਰ ਬਖਸ਼ਦੇ ਹੋ ਤੇ ਗੁਰੂ ਕੇ ਸਿੰਘ ਵੀ ਪਿਆਰ ਬਖਸ਼ਦੇ ਨੇ। ਹੋਰ ਵੀ ਗੁਰੂ ਘਰਾਂ ਵਾਲੇ ਸਿੰਘ ਕਈ ਵਾਰੀ ਦਾਸ ਨੂੰ ਹੁਕਮ ਕਰਦੇ ਨੇ ਕਿ ਇੱਧਰ ਵੀ ਸੰਗਤਾਂ ਦੇ ਦਰਸ਼ਨ ਕਰੋ ਆ ਕੇ। ਲੇਕਿਨ ਜਿੱਥੇ ਪਿਆਰ ਮਿਲਦਾ ਹੈ, ਜਿੱਥੇ ਗੁਰਮੁਖ ਪਿਆਰ ਸਤਿਕਾਰ ਮਿਲਦਾ ਹੈ, ਉੱਥੇ ਹੀ ਆ ਕੇ ਗੁਰੂ ਕੀ ਮਹਾਰਾਜ ਦੇ ਪਾਤਸ਼ਾਹ ਦੀ ਜੁਰੀ ਵਿੱਚ ਭਾਵੇਂ ਸਾਰੇ ਸਿੰਘ ਪਿਆਰ ਸਤਿਕਾਰ ਦਿੰਦੇ ਨੇ, ਪਰ ਇਹ ਮਨ ਵਿੱਚ ਹੁੰਦਾ ਕਿ ਇਹ ਬਾਣੀ ਦੇ ਸ਼ਬਦ ਵੱਧ ਤੋਂ ਵੱਧ ਪੜ੍ਹ ਸਕਣ। ਹਰ ਪ੍ਰਸੰਗ ਦੇ ਵਿੱਚ ਜੋ ਪ੍ਰਕਰਨ ਹੁੰਦਾ ਹੈ, ਪ੍ਰਕਰਨ ਦੇ ਪ੍ਰਥਾਏ ਉਚਾਰਨ ਕੀਤੇ। ਅੱਜ ਦਾ ਜੋ ਪ੍ਰਕਰਨ ਸੀ ਉਹ ਸੇਵਾ ਦਾ ਸੀ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੋਹਣੀ ਸਾਹਿਬ ਦੀ ਬਾਣੀ ਦੇ ਵਿੱਚੋਂ 22ਵੀਂ ਅਸ਼ਟਪਦੀ ਦੀ ਚੌਥੀ ਪੌੜੀ ਜੋ ਸ਼ਬਦ ਸ਼ੁਰੂ ਕੀਤਾ ਸੀਗਾ ਮਹਾਰਾਜ ਦੇ ਪਾਤਸ਼ਾਹ ਦੇ ਚਰਨਾਂ ਵਿੱਚ, ਫਿਰ ਤੀਸਰੇ ਪਾਤਸ਼ਾਹ ਦਾ ਸ਼ਬਦ, ਉਪਰੰਤ ਪੰਜਵੇਂ ਪਾਤਸ਼ਾਹ ਦਾ ਸ਼ਬਦ ਆਪਾਂ ਨੇ ਸਰਵਣ ਕੀਤਾ ਹੈ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸਤਿਗੁਰੂ ਜੀ ਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਆਓ ਆਨੰਦ ਸਾਹਿਬ ਦੀ ਬਾਣੀ ਦਾ ਜਾਪ ਕਰੀਏ। ਗੁਰੂ ਸਾਹਿਬ ਬਖਸ਼ਿਸ਼ ਕਿਰਪਾ ਕਰਨ। ਆਉਣ ਵਾਲੇ ਦਿਨਾਂ ਵਿੱਚ ਆਪਾਂ ਖਾਲਸੇ ਦਾ ਅੰਮ੍ਰਿਤ ਦਾ ਪ੍ਰਕਰਨ ਰੱਖਣਾ ਹੈ। ਗੁਰੂ ਸਾਹਿਬ ਨੇ ਸਾਨੂੰ ਕੀ ਹੁਕਮ ਕੀਤਾ ਉਹਦੇ ਬਾਰੇ ਸਮੇਂ ਦੇ ਵਿੱਚ ਰਹਿ ਕੇ ਵਿਚਾਰ ਕਰਾਂਗੇ ਜੀ। ਆਓ ਪਿਆਰ ਦੇ ਨਾਲ ਆਨੰਦ ਸਾਹਿਬ ਬਾਣੀ ਦਾ ਜਾਪ ਕਰੀਏ। ਰਾਮ ਕਲੀ ਮਹਲਾ